ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਕੇਂਦਰ ਸਰਕਾਰ ਦੀਆਂ ਕਈ ਯੋਜਨਾਵਾਂ ਦੇ ਤਹਿਤ ਕਿਸਾਨਾਂ ਨੂੰ ਜੈਵਿਕ ਫਸਲਾਂ ਦਾ ਪ੍ਰਮਾਣ ਪੱਤਰ ਮਿਲ ਸਕਦਾ ਹੈ। ਕੇਂਦਰ ਸਰਕਾਰ ਦੇਸ਼ ਵਿੱਚ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨਾ ਚਾਹੁੰਦੀ ਹੈ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਸਮੇਂ-ਸਮੇਂ ਤੇ ਜ਼ੋਰ ਦਿੱਤਾ ਹੈ। ਕਰੋਨਾ ਦੇ ਅਰਸੇ ਦੌਰਾਨ ਜੈਵਿਕ ਫਸਲਾਂ ਦੀ ਮੰਗ ਵਧੀ ਹੈ। ਜੇ ਕਿਸਾਨ ਚਾਹੁੰਦੇ ਨੇ ਤਾਂ ਉਹ ਕੇਂਦਰੀ ਸਕੀਮਾਂ ਅਧੀਨ ਆਪਣੀਆਂ ਜੈਵਿਕ ਫਸਲਾਂ ਨੂੰ ਪ੍ਰਮਾਣਿਤ ਕਰ ਸਕਦੇ ਨੇ, ਜਿਵੇਂ ਕਿ ਮਲੇਰਕੋਟਲਾ ਦੇ ਇੱਕ ਨੌਜਵਾਨ ਕਿਸਾਨ ਗੁਰਵੀਰ ਸਿੰਘ ਨੇ ਕੀਤਾ ਸੀ। ਇਹ ਕੁਝ ਯੋਜਨਾਵਾਂ ਨੇ ਜਿਨ੍ਹਾਂ ਦਾ ਲਾਭ ਕਿਸਾਨ ਲੈ ਸਕਦੇ ਨੇ। ਰਵਾਇਤੀ ਕ੍ਰਿਸ਼ੀ ਵਿਕਾਸ ਯੋਜਨਾ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਕਲਸਟਰ ਬਣਾਉਣ ਤੇ ਜ਼ੋਰ। ਬਹੁਤ ਸਾਰੇ ਕਿਸਾਨ ਮਿਲ ਕੇ ਜੈਵਿਕ ਖੇਤੀ ਦਾ ਸਮੂਹ ਬਣਾ ਸਕਦੇ ਨੇ। ਇਸ ਵਿੱਚ ਇੱਕ ਭਾਗੀਦਾਰੀ ਗਰੰਟੀ ਪ੍ਰਣਾਲੀ ਨੂੰ ਅਪਣਾਉਣਾ ਪਏਗਾ। ਇਹ ਕਲਸਟਰ ਗਠਨ, ਸਿਖਲਾਈ, ਪ੍ਰਮਾਣੀਕਰਨ ਅਤੇ ਮਾਰਕੀਟਿੰਗ ਨੂੰ ਉਤਸ਼ਾਹਿਤ ਕਰਦਾ ਹੈ। 50,000 ਰੁਪਏ ਪ੍ਰਤੀ ਹੈਕਟਰ 3 ਸਾਲਾਂ ਲਈ ਦਿੱਤਾ ਜਾਂਦਾ ਹੈ, ਜਿਸ ਵਿੱਚੋਂ 62% ਮਤਲਬ ਲਗਭਗ 31,000 ਰੁਪਏ ਕਿਸਾਨਾਂ ਨੂੰ ਜੈਵਿਕ ਖੇਤੀ ਦੀ ਲਾਗਤ ਲਈ ਦਿੱਤੇ ਜਾਂਦੇ ਨੇ। ਇਸ ਵਿੱਚ ਗ੍ਰਾਮ ਪੰਚਾਇਤ ਆਧਾਰਿਤ FPO ਦੇ ਗਠਨ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਰਾਸ਼ਟਰੀ ਬਾਗਬਾਨੀ ਮਿਸ਼ਨ ਸਬਜ਼ੀਆਂ ਦੀ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਇਸ ਵਿੱਚ ਕੇਂਦਰ ਸਰਕਾਰ ਵਿਕਾਸ ਪ੍ਰੋਗਰਾਮਾਂ ਲਈ 85% ਸਹਾਇਤਾ ਦਿੰਦੀ ਹੈ ਅਤੇ ਰਾਜ ਸਰਕਾਰ ਬਾਕੀ 15% ਸਹਾਇਤਾ ਦਿੰਦੀ ਹੈ। ਸਰਕਾਰ ਸਬਜ਼ੀ ਫਸਲਾਂ ਲਈ 50 ਹੈਕਟਰ ਜ਼ਮੀਨ ਵਾਲੇ ਕਿਸਾਨ ਸਮੂਹਾਂ ਨੂੰ ਵੱਧ ਤੋਂ ਵੱਧ 5 ਲੱਖ ਰੁਪਏ ਤੱਕ ਦੀ ਸਹਾਇਤਾ ਮੁਹੱਈਆ ਕਰਵਾਉਂਦੀ ਹੈ। ਜੈਵਿਕ ਖੇਤੀ ਤੇ ਰਾਸ਼ਟਰੀ ਪ੍ਰੋਜੈਕਟ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਜੈਵਿਕ ਖਾਦਾਂ ਦੇ ਉਤਪਾਦਨ ਨੂੰ ਵਧਾਉਣ ਦੀ ਯੋਜਨਾ। ਜੈਵਿਕ ਖਾਦ ਅਤੇ ਫਲਾਂ ਸਬਜ਼ੀਆਂ ਦੀ ਰਹਿੰਦ ਖੂੰਹਦ ਤੋਂ ਬਾਇਓ ਖਾਦ ਬਣਾਉਣ ਲਈ ਇਕਾਈਆਂ ਸਥਾਪਿਤ ਕੀਤੀਆਂ ਜਾਂਦੀਆਂ ਨੇ। ਕੇਂਦਰ ਇਹਨਾਂ ਨੂੰ ਸਥਾਪਿਤ ਕਰਨ ਦੇ ਵਿੱਚ ਸਹਾਇਤਾ ਕਰਦਾ ਹੈ। ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਕੇਂਦਰ ਦੀ ਸਹਾਇਤਾ ਨਾਲ ਰਾਜ ਯੋਜਨਾ ਤਹਿਤ ਚਲਾਈ ਜਾ ਰਹੀ ਯੋਜਨਾ। ਕੇਂਦਰ ਦੀ ਯੋਜਨਾ ਰਾਜਾਂ ਨੂੰ ਉਤਸ਼ਾਹਿਤ ਕਰਨ ਲਈ ਕਹਿੰਦੀ ਹੈ ਕਿ ਉਹਨਾਂ ਦੇ ਖੇਤੀਬਾੜੀ ਅਤੇ ਇਸ ਨਾਲ ਜੁੜੇ ਕੰਮਾਂ ਵਿੱਚ ਨਿਵੇਸ਼ ਵਧਾਏ। ਇੱਕ ਸੰਗੀਤ ਕੰਪਨੀ ਵਿੱਚ ਮੈਨੇਜਰ ਦੀ ਨੌਕਰੀ ਛੱਡ ਕੇ ਗੁਰਵੀਰ ਸਿੰਘ ਨੇ ਰਵਾਇਤੀ ਫਸਲਾਂ ਦੀ ਕੁਦਰਤੀ ਖੇਤੀ ਸ਼ੁਰੂ ਕੀਤੀ। ਕਿਸਾਨੀ ਨੂੰ ਵਧਾਉਣਾ ਹੈ, ਉਸ ਦੀ ਸੋਚ ਅਤੇ ਟੀਚੇ ਉਸ ਦੀ ਆਮਦਨੀ ਵਧਾਉਣ ਲਈ। ਫਿਰ ਸਰਕਾਰਾਂ ਵੱਲ ਵੇਖਣ ਦੀ ਲੋੜ ਨਹੀਂ ਹੈ। ਮਲੇਰਕੋਟਲਾ ਦੇ ਪਿੰਡ ਮੋਹੋਲੀ ਕਲਾਂ ਦੇ ਇੱਕ ਕਿਸਾਨ ਗੁਰਵੀਰ ਸਿੰਘ ਨੇ ਇੱਕ ਸੰਗੀਤ ਕੰਪਨੀ ਵਿੱਚ ਸਹਾਇਕ ਮੈਨੇਜਰ ਦੀ ਨੌਕਰੀ ਛੱਡ ਦਿੱਤੀ ਅਤੇ ਖੇਤੀਬਾੜੀ ਕੀਤੀ। ਉਸ ਦੇ ਪਰਿਵਾਰ ਕੋਲ 3 ਏਕੜ ਖੇਤ ਹੈ। ਗੁਰਵੀਰ ਸਿੰਘ ਉਹਨਾਂ ਥੋੜੇ ਜਿਹੇ ਕਿਸਾਨਾਂ ਵਿੱਚੋਂ ਇੱਕ ਹੈ ਜੋ ਰਵਾਇਤੀ ਫਸਲ ਦੀ ਚੱਕਰ ਨੂੰ ਅੜਿੱਕਾ ਨਹੀਂ ਰੱਖਦੇ। ਪਹਿਲੇ ਦਿਨ ਤੋਂ ਇਹ ਫੈਸਲਾ ਲਿਆ ਗਿਆ ਸੀ ਕਿ ਮਿੱਟੀ ਵਿੱਚ ਰਸਾਇਣਿਕ ਖਾਦ ਮਿਲਾ ਕੇ ਉਹ ਇਸ ਨੂੰ ਜ਼ਹਿਰੀਲਾ ਨਹੀਂ ਕਰਨਗੇ। ਇਸ ਲਈ ਆਪਣੇ ਰਿਸ਼ਤੇਦਾਰ ਕੋਲ ਚੰਡੀਗੜ੍ਹ ਗਏ। ਉਹ ਕੁਦਰਤੀ ਖੇਤੀ ਕਰਦਾ ਹੈ। ਉਸਨੇ ਖੇਤੀ ਖੁਦ ਉਸ ਤੋਂ ਸਿੱਖੀ। ਫਿਰ 9 ਸਾਲ ਪਹਿਲਾਂ ਉਸਨੇ ਆਪਣੇ ਖੇਤਾਂ ਵਿੱਚ ਪੁਰਾਣੀ ਵਿਧੀ ਨਾਲ ਖੇਤੀ ਸ਼ੁਰੂ ਕੀਤੀ। ਉਹ ਮੱਕੀ, ਮੂੰਗੀ ਦੀ ਦਾਲ, ਹਰਾ ਚਾਰਾ, ਸਬਜ਼ੀਆਂ ਉਗਾਉਂਦਾ ਹੈ। ਪਿਛਲੇ ਸਾਲ ਤੋਂ ਮਹਾਮਾਰੀ ਕਾਰਨ ਉਸਨੇ ਆਪਣੇ ਖੇਤੀਬਾੜੀ ਦੇ ਕਾਰੋਬਾਰ ਨੂੰ ਨਵਾਂ ਰੂਪ ਦਿੱਤਾ। ਉਸਨੇ ਗਾਵਾਂ ਦੀ ਗਿਣਤੀ ਵਧਾ ਦਿੱਤੀ। ਗੁਰਵੀਰ ਦਾ ਮੰਨਣਾ ਹੈ ਕਿ ਜੇਕਰ ਕਿਸਾਨ ਚੁਸਤੀ ਨੂੰ ਮਿਹਨਤ ਨਾਲ ਜੋੜ ਦੇਵੇਗਾ ਤਾਂ ਆਮਦਨੀ ਆਪਣੇ ਆਪ ਵਧੇਗੀ। ਗੁਰਵੀਰ ਸਿੰਘ ਆਪਣੀ ਉਪਜ ਦਾ ਮੰਡੀਕਰਨ ਖੁਦ ਕਰਦਾ ਹੈ। ਉਹ ਮਾਡਲ ਟਾਊਨ ਐਕਸਟੈਂਸ਼ਨ ਵਿੱਚ ਸਟਾਲ ਲਗਾਉਂਦੇ ਸਨ। ਲੋਕ ਪੁੱਛਦੇ ਸਨ ਕਿ ਉਹਨਾਂ ਦੀ ਕੁਦਰਤੀ ਖੇਤੀ ਦਾ ਪ੍ਰਮਾਣ ਕੀ ਹੈ। ਉਸਨੇ ਫਾਰਮ ਨੂੰ ਨੈਕਸਟ ਆਰਗੈਨਿਕ ਦੇ ਨਾਮ ਨਾਲ ਰਜਿਸਟਰ ਕਰਵਾ ਲਿਆ। ਉਹ ਆਪਣੀਆਂ ਫਸਲਾਂ ਦੀ ਲੈਬ ਟੈਸਟ ਕਰਵਾਉਣ ਅਤੇ ਸਰਟੀਫਿਕੇਟ ਦੇਣ ਤੋਂ ਸੰਕੋਚ ਨਹੀਂ ਕਰਦੇ। ਉਹ ਖੁਦ ਸਵਦੇਸ਼ੀ ਗਾਵਾਂ ਲਈ ਰਸਾਇਣਿਕ ਮੁਫਤ ਚਾਰਾ ਉਗਾਉਂਦੇ ਨੇ। ਲੁਧਿਆਣਾ ਵਿੱਚ ਦੁੱਧ ਵੇਚਦੇ ਨੇ। ਉਹਨਾਂ ਨੇ ਸਭ ਤੋਂ ਪਹਿਲਾਂ ਕੁਦਰਤੀ ਖੇਤੀ ਵਿੱਚ ਗੋਬਰ ਅਤੇ ਪਿਸ਼ਾਬ ਲਈ ਦੇਸੀ ਗਾਂ ਰੱਖੀ। ਹੁਣ ਇੱਥੇ 2 ਸਾਹੀਵਾਲ ਅਤੇ 1 ਰਾਠੀ ਅਤੇ 1 ਥਰਪਕਰ ਹਨ। ਉਹ ਕਹਿੰਦਾ ਹੈ ਕਿ ਉਸ ਦੀਆਂ ਗਾਵਾਂ ਦਾ ਦੁੱਧ ਪੂਰੀ ਤਰ੍ਹਾਂ ਕੈਮੀਕਲ ਮੁਕਤ ਹੈ। ਉਹ ਖੁਦ ਰਸਾਇਣਿਕ ਮੁਕਤ ਹਰੇ ਚਾਰੇ ਨੂੰ ਉਗਾਉਂਦੇ ਹਨ। ਉਹ ਰੋਜ਼ਾਨਾ ਮੋਹਾਲੀ ਕਲਾਂ ਤੋਂ ਲੁਧਿਆਣਾ ਆਪਣੇ ਗਾਹਕਾਂ ਨੂੰ ਦੁੱਧ ਪਹੁੰਚਾਉਣ ਆਉਂਦਾ ਹੈ। ਗੋਬਰ ਗਾਵਾਂ ਤੋਂ ਆਉਂਦੇ ਹਨ। ਇਹ ਰਸਾਇਣਿਕ ਖਾਦ ਦੀ ਲਾਗਤ ਬਚਾ ਕੇ ਆਮਦਨੀ ਵਿੱਚ ਸਿੱਧਾ ਲਾਭ ਜੋੜ ਰਿਹਾ ਹੈ। ਸਾਰੀਆਂ ਸਬਜ਼ੀਆਂ, ਦਾਲਾਂ ਤੇ ਫਲਾਂ ਦੇ ਨਾਲ-ਨਾਲ ਗਾਵਾਂ, ਬੱਕਰੀਆਂ ਤੇ ਪੋਲਟਰੀ ਪਾਲਣ ਦਾ ਉਦੇਸ਼ ਖੇਤੀ ਦੇ ਨਾਲ-ਨਾਲ ਉਹ ਖੁਦ ਉਹਨਾਂ ਦਾ ਮੰਡੀਕਰਨ ਕਰਕੇ ਵਧੇਰੇ ਮੁਨਾਫਾ ਕਮਾ ਰਹੇ ਨੇ। ਬਾਜਰਾ, ਕੋਡਰਾ, ਕੰਗਣੀ, ਜੌੜ ਪੰਜਾਬ ਦੇ ਰਵਾਇਤੀ ਸੀਰੀਅਲ ਰਹੇ ਨੇ। ਕਣਕ, ਝੋਨੇ ਦੀ ਫਸਲ ਦੇ ਚੱਕਰ ਨੇ ਉਹਨਾਂ ਨੂੰ ਪੰਜਾਬ ਤੋਂ ਅਲੋਪ ਕਰ ਦਿੱਤਾ। ਗੁਰਵੀਰ ਨੇ ਰਵਾਇਤੀ ਫਸਲਾਂ ਦੀ ਕਾਸ਼ਤ ਕੀਤੀ। 2 ਸਾਲ ਪਹਿਲਾਂ ਉਹਨਾਂ ਨੂੰ ਕੁਦਰਤੀ ਵਿਰਾਸਤ ਨਾਲ ਨਜਿੱਠਣ ਅਤੇ ਧਰਤੀ ਨੂੰ ਜ਼ਹਿਰੀਲੇ ਹੋਣ ਤੋਂ ਬਚਾਉਣ ਲਈ ਚੰਡੀਗੜ੍ਹ ਦੇ ਵਿੱਚ ਆਯੋਜਿਤ ਕੀਤੀ ਗਈ ਮਿਲਕ ਉਤਸਵ ਦੌਰਾਨ ਰੋਲ ਮਾਡਲ ਵਜੋਂ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਹਨਾਂ ਨੂੰ ਪੰਜਾਬ ਦੇ ਰਾਜਪਾਲ VP ਸਿੰਘ ਬਦਨੌਰ ਨੇ ਦਿੱਤਾ। ਇਸੇ ਤਰ੍ਹਾਂ ਉਹਨਾਂ ਨੂੰ CII ਦੇ ਫੋਰਮ ਤੋਂ ਇਨੋਵੇਟਿਵ ਫਾਰਮਰ ਅਵਾਰਡ ਨਾਲ ਨਵਾਜਿਆ ਗਿਆ। ਉਹ ਸਨਮਾਨ ਉਹਨਾਂ ਨੂੰ ਰਾਜ ਦੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦਿੱਤਾ।